ਬੱਬੂ ਮਾਨ ਨਾਲ ਗੱਲ ਹੋਈ ਹੋਵੇ ਵੀ ਆਪਾਂ ਸਟੋਰ ਲੈ ਕੇ ਆਉਣਾ, ਜਾਂ ਤੁਸੀਂ ਇਹ ਸਵਾਲ ਕੀਤਾ ਹੋਵੇ, ਇਹ ਕਨਸੈਪਟ ਕਿੱਦਾਂ ਆ ਤੇ ਮਕਸਦ ਕੀ ਸੀ ਖੋਲ੍ਹਣ ਦਾ? ਬੇਸਿਕਲੀ ਮਾਨ ਸਾਹਿਬ ਦਾ ਇੱਕ ਕਨਸੈਪਟ ਸ਼ੁਰੂ ਤੋਂ ਰਿਹਾ ਹੈ ਵੀ ਜੋ ਵੀ ਉਹਨਾਂ ਨੇ ਕੰਮ ਕੀਤਾ ਹੈ ਉਹ ਲੋਕ ਭਲਾਈ ਲਈ ਕੀਤਾ, ਸਿਰਫ ਉਹ ਤਾਂ ਦਿਖਾਵਾ ਜਾਂ ਐਟਲੀਸਟ ਦੱਸਿਆ ਹੀ ਨਹੀਂ ਲੋਕਾਂ ਨੂੰ। ਦਿਖਾਵਾ ਵਰਡ ਤਾਂ ਜ਼ਿਆਦਾ ਵੱਡਾ ਹੋ ਜਾਊਗਾ, ਈਵਨ ਦੱਸਿਆ ਹੀ ਨਹੀਂ ਕਦੇ ਕਿਸੇ ਨੂੰ। ਇਹ ਆਈਡੀਆ ਕਿੱਥੋਂ ਆਇਆ? ਆਈਡੀਆ ਤੁਹਾਡਾ ਸੀ ਕਿ ਬੱਬੂ ਮਾਨ ਸਾਹਿਬ ਦਾ ਸੀ ਕਿ ਆਪਾਂ ਕਿਸਾਨਾਂ ਨਾਲ ਜੋੜੀਏ, ਗਰੋਸਰੀ ਸਟੋਰ ਖੋਲੀਏ, ਕੈਫੇ ਖੋਲੀਏ? ਇਹ ਆਈਡੀਆ ਕਿਵੇਂ ਆਇਆ? ਫਿਊਚਰ ਪਲਾਨ ਦੇ ਵਿੱਚ ਅਸੀਂ ਕੈਫੇ ਤੇ ਗਰੋਸਰੀ ਕਿਸਾਨਾਂ ਨੂੰ ਨਾਲ ਜੋੜਨ ਲਈ ਅਸੀਂ ਗਰੋਸਰੀ ਦੇ ਵੱਲ ਨੂੰ ਵੀ ਜਾਵਾਂਗੇ, ਚਾਹੇ ਉਹ ਕਣਕ ਹੋਏ ਚਾਹੇ ਆਰਗੈਨਿਕ ਫੂਡ ਹੋ, ਉਹਦੇ ਵੱਲ ਵੀ ਅਸੀਂ ਜਾਵਾਂਗੇ। ਫਿਰ ਤੁਹਾਡਾ ਇਹ ਜਿਹੜਾ ਪਹਿਲਾ ਕਦਮ ਚੱਕਿਆ ਗਿਆ, ਫਿਰ ਕਿਸ ਤਰੀਕੇ ਨਾਲ ਤੁਸੀਂ ਕਿਸਾਨਾਂ ਨੂੰ ਆਪਦੇ ਵੱਲ ਖਿੱਚੋਗੇ? ਕਿਸਾਨਾਂ ਦੀ ਮਦਦ ਕਿਵੇਂ ਕਰਨੀ, ਉਹਨਾਂ ਲਈ ਕੀ ਚੰਗਾ ਸੋਚਣਾ, ਕੀ ਪਲਾਨ ਨੇ, ਉਹ ਸਾਰੇ ਆਈਡੀਆਜ਼ ਉਹਨਾਂ ਦਿਮਾਗ 'ਚ ਹੁੰਦੇ ਆ। ਉਹ ਕਿਸਾਨਾਂ ਲਈ ਬਹੁਤ ਕੁਝ ਸੋਚਦੇ ਰਹਿੰਦੇ ਨੇ ਔਰ ਪੂਰੇ ਦਿਲੋਂ ਉਹਨਾਂ ਨਾਲ ਖੜੇ ਨੇ ਔਰ ਕੰਮ ਕਰਨਾ ਚਾਹੁੰਦੇ ਉਹਨਾਂ ਦੇ ਹਿੱਤ 'ਚ। ਕੈਫੇ ਖੋਲੋਗੇ ਜਾਂ ਗਰੋਸਰੀ ਸਟੋਰ ਖੋਲੋਗੇ, ਕਦੋਂ ਤੱਕ ਉਮੀਦ ਕੀਤੀ ਜਾ ਸਕਦੀ ਹੈ ਵੀ ਕਦੋਂ ਤੱਕ ਕਿਸਾਨ ਇਸ ਚੀਜ਼ ਦਾ ਇੰਤਜ਼ਾਰ ਕਰਨ ਜਾਂ ਕੈਫੇ ਤੁਹਾਡਾ ਆਉਣਾ ਹੈ? ਕਦੋਂ ਤੱਕ ਤੁਹਾਡਾ ਪਲਾਨ ਬਣ ਰਿਹਾ? ਦੇਖੋ, ਜਿਹੜਾ ਸਾਡਾ ਗਰੋਸਰੀ ਸਟੋਰ ਦਾ ਪਲਾਨ ਹੈ, ਕੋਸ਼ਿਸ਼ ਹੋਏਗੀ ਇਸ ਸਾਲ 'ਚ ਹੀ ਉਹ ਸ਼ੁਰੂ ਹੋ ਜਾਏ। ਔਰ ਜਿਹੜੇ ਕੈਫੇ ਨੇ ਉਹ ਵੀ ਚਾਹੇ ਰੱਬ ਨੇ ਤਾਂ ਇੱਕ ਅੱਧੇ ਮਹੀਨੇ ਤੋਂ ਹੀ, ਸ਼ਾਇਦ ਤੁਹਾਨੂੰ ਪਹਿਲਾ ਕੈਫੇ ਸੀ ਇੱਕ ਛੋਟਾ ਜਿਹਾ ਕਿਸੇ ਪੰਜਾਬ ਦੇ ਸ਼ਹਿਰ ਸ਼ੁਰੂ ਕਰਕੇ ਤੁਹਾਨੂੰ ਖੁਸ਼ਖਬਰੀ ਦੇ ਦਾਂਗੇ। ਇਸ ਤਰੀਕੇ ਨਾਲ ਇਸ ਗਾਇਕ ਦਾ, ਬੱਬੂ ਮਾਨ ਦਾ ਕਿਸਾਨਾਂ ਦੇ ਪ੍ਰਤੀ ਬਾਂਹ ਫੜਨੀ, ਫਿਰ ਕਿੰਨਾ ਕੁ ਲੋਕਾਂ ਨੂੰ ਇਹ ਪਤਾ ਹੈ? ਠੀਕ ਹੈ, ਤੁਸੀਂ ਮੀਡੀਆ ਵਿੱਚ ਨਹੀਂ ਜਾਂਦੇ, ਅੱਜ ਪਹਿਲੀ ਵਾਰ ਇਹ ਗੱਲ ਚੱਕਦੇ ਹੋ, ਫਿਰ ਕਿੰਨਾ ਕੁ ਲੋਕਾਂ ਨੂੰ ਪਤਾ ਹੈ ਇਸ ਚੀਜ਼ ਦਾ? ਜਾਂ ਕਦੀ ਤੁਹਾਡੇ ਲੋਕਾਂ ਨੇ ਵੀ ਇਹ ਗੱਲ ਆ ਕੇ ਕੀਤੀ ਹੈ, ਜਾਂ ਫਿਰ ਲੋਕੀ ਹਮੇਸ਼ਾ ਆ ਕੇ ਪੁੱਛਦੇ ਨੇ ਕਿ ਬੱਬੂ ਮਾਨ ਦੇ ਕਿਹੜਾ ਅੱਗੇ ਗਾਣਾ ਆਉਣਾ ਹੈ, ਕਦੋਂ ਸ਼ੋਅ ਹੋਣਾ ਹੈ? ਕਦੀ ਇਸ ਤਰੀਕੇ ਨਾਲ ਕਿਸੇ ਨੇ ਗੱਲਾਂ ਕੀਤੀਆਂ ਨੇ? ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬੀ ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ। ਅਸੀਂ ਇਸ ਸਮੇਂ ਮੌਜੂਦ ਹੈਗੇ ਹਾਂ ਦਾ ਬੱਬੂ ਮਾਨ ਸਟੋਰ ਦੇ ਵਿੱਚ। ਬੱਬੂ ਮਾਨ ਸਟੋਰ ਦੇ ਵਿੱਚ ਆਉਣ ਦਾ ਸਾਡਾ ਮਕਸਦ ਸੀ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਬੱਬੂ ਮਾਨ ਦੇ ਸਟੋਰ ਨੂੰ ਖੁੱਲ੍ਹੇ ਹੋਏ, ਤਾਂ ਆਪਾਂ ਜਾਣਾਂਗੇ ਕਿ ਇੱਥੇ ਹੁਣ ਕਿਵੇਂ ਕੰਮ ਚੱਲ ਰਿਹਾ, ਉਹ ਜਾਣਾਂਗੇ ਕਿ ਪੰਜਾਬ ਵਿੱਚ ਜਾਂ ਪੰਜਾਬ ਦੇ ਬਾਹਰ ਕਿੰਨੇ ਹੁਣ ਤੱਕ ਸਟੋਰ ਖੁੱਲ੍ਹ ਗਏ ਨੇ। ਤਾਂ ਆਪਾਂ ਅੱਜ ਗੱਲਬਾਤ ਕਰਾਂਗੇ ਮਨੀਸ਼ ਸ਼ਰਮਾ ਜੀ ਨਾਲ। ਮਨੀਸ਼ ਸ਼ਰਮਾ ਉਹ ਸ਼ਖਸ ਨੇ ਜਦੋਂ ਬੱਬੂ ਮਾਨ ਕਾਲਜ ਵਿੱਚ ਪੜ੍ਹਦੇ ਹੁੰਦੇ ਸੀ ਤੇ ਉਹਨਾਂ ਦੇ ਨਾਲ ਹੀ ਰਹਿੰਦੇ ਸੀ। ਅੱਜ ਤਾਂ ਬੱਬੂ ਮਾਨ ਸਟੋਰ ਦੇ MD ਨੇ, ਤੇ ਆਪਾਂ ਇਹਨਾਂ ਕੋਲ ਜਾਣਾਂਗੇ ਤੇ ਬੱਬੂ ਮਾਨ ਬਾਰੇ ਇੱਕ ਦੋ ਗੱਲਾਂ ਵੀ ਕਰਾਂਗੇ ਕਿਉਂਕਿ ਕਾਫੀ ਸੰਗਦੇ ਵੀ ਨੇ, ਗੱਲ ਨਹੀਂ ਕਰਨਾ ਚਾਹੁੰਦੇ ਸੀ, ਬੜਾ ਔਖਾ ਬਣਾਇਆ ਇਹਨਾਂ ਨੂੰ ਇੰਟਰਵਿਊ ਵਾਸਤੇ। ਆਪਾਂ ਸ਼ੁਰੂਆਤ ਕਰਾਂਗੇ ਬੱਬੂ ਮਾਨ ਦੇ ਸਟੋਰ ਤੋਂ ਕਿ ਕਿਸ ਤਰੀਕੇ ਨਾਲ ਚੱਲ ਰਿਹਾ ਹੈ। ਸ਼ਰਮਾ ਜੀ, ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ। ਔਰ ਪਹਿਲਾਂ ਮੇਰਾ ਸਵਾਲ ਹੈ ਕਿ ਤੁਸੀਂ ਕਤਰਾਨੇ ਕਿਉਂ ਇੰਟਰਵਿਊ ਦੇਣ ਲੱਗੇ ਹੋ? ਇੰਟਰਵਿਊ ਦੇਣ ਲਈ ਕਤਰਾਉਣ ਦਾ ਆਈਡੀਆ ਨਹੀਂ ਜੀ, ਵੈਸੇ ਹੀ ਲੱਗਦਾ ਵੀ ਕੰਮ ਹੀ ਕਰੀਏ, ਕਾਹਨੂੰ ਬੋਲਣਾ, ਘੱਟ ਬੋਲੀਏ, ਇਹੀ ਸੋਚ ਹੈ ਸਿਰਫ। ਹੁਣ ਬੱਬੂ ਮਾਨ ਸਟੋਰ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ, ਅਸੀਂ ਉੱਥੇ ਬੈਠੇ ਹਾਂ ਇਸ ਸਮੇਂ। ਕਿਸ ਤਰੀਕੇ ਨਾਲ ਸਟੋਰ ਚੱਲਦਾ ਪਿਆ? ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਪੰਜਾਬ ਤੋਂ ਬਾਹਰ ਜਾਂ ਪੰਜਾਬ ਦੇ ਵਿੱਚ ਕਿੰਨੇ ਹੁਣ ਤੱਕ ਸਟੋਰ ਖੁੱਲ੍ਹ ਗਏ ਨੇ? ਅੰਦਾਜ਼ਨ 20 ਸਟੋਰ ਹੋ ਗਏ ਨੇ ਜੀ ਸਾਡੇ। ਤੇ ਜਿਸ ਤਰੀਕੇ ਨਾਲ ਮੈਂ ਤੇ ਮਾਨ ਸਾਹਿਬ ਨੇ ਸੋਚਿਆ ਸੀ ਉਸ ਤਰੀਕੇ ਨਾਲ ਬਹੁਤ ਅੱਛਾ ਹੁੰਗਾਰਾ, ਲੋਕੀ ਬਹੁਤ ਪਿਆਰ ਕਰਦੇ ਨੇ। ਬੇਸਿਕਲੀ ਪਿਆਰ ਮਾਨ ਸਾਹਿਬ ਨੂੰ ਕਰਦੇ ਨੇ ਔਰ ਉਹਨਾਂ ਨੂੰ ਬਹੁਤ ਰਿਸਪੈਕਟ ਔਰ ਇੱਜ਼ਤ ਦਿੰਦੇ ਨੇ। ਨਾਲ ਸਟੋਰਸ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਸੀਗੇ ਵੀ ਸਾਡੇ ਕੱਪੜੇ, ਸਾਡੀ ਚੀਜ਼ਾਂ ਵੀ ਅੱਛੀਆਂ ਹੋਣ ਤਾਂ ਕਿ ਲੋਕੀ ਉਹਨੂੰ ਪਸੰਦ ਕਰਨ। ਆਪਾਂ ਦੇਖਿਆ ਹੋਰ ਵੀ ਬੜੇ ਬ੍ਰਾਂਡ ਹੈਗੇ ਨੇ, ਜਿਹੜੇ ਨੌਜਵਾਨ ਹੈਗੇ ਨੇ ਪੰਜਾਬ ਦੇ ਜਾਂ ਅਬਰੋਡ ਵਿੱਚ ਬੈਠੇ ਨੇ, ਉਹ ਬ੍ਰਾਂਡ ਵਰਤਦੇ ਵੀ ਹੈਗੇ ਨੇ। ਤੁਹਾਡੇ ਇਸ ਸਟੋਰ ਦੇ ਵਿੱਚ ਕਿਹੜੀ ਖਾਸ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਨੂੰ ਨੌਜਵਾਨ ਜਿਹੜੇ ਨੇ ਉਹ ਲੈ ਕੇ ਜਾਣ ਜਾਂ ਉਹਨਾਂ ਨੂੰ ਵਰਤਣ? ਦੇਖੋ, ਸਾਡੇ ਕੋਲ ਜਿਹੜੀ ਵੀ ਇੱਕ ਮੈਨਸ ਵੇਅਰ ਦੇ ਵਿੱਚ ਬੰਦਿਆਂ ਦੇ ਪਾਉਣ ਵਾਲੀ ਚੀਜ਼ਾਂ ਤਕਰੀਬਨ ਸਾਰੀਆਂ ਹੀ ਅਵੇਲੇਬਲ ਨੇ ਜੀ। ਚਾਹੇ ਉਹ ਕੋਈ ਵੀ ਚੀਜ਼ ਤੁਸੀਂ ਲੈ ਲਓ, ਜੁਰਾਬਾਂ ਤੋਂ ਲੈ ਕੇ ਤੇ ਮਾਸਕ ਤੱਕ, ਡੀਓਡਰੈਂਟ ਤੋਂ ਲੈ ਕੇ ਤੁਸੀਂ ਕੈਪਸ ਤੱਕ, ਘੜੀਆਂ ਤੋਂ ਲੈ ਕੇ ਆਪਣੇ ਮਗਸ ਤੱਕ, ਜੋ ਵੀ ਚੀਜ਼ਾਂ ਤੁਸੀਂ ਨਾਮ ਲਓ, ਬਾਕੀ ਤਾਂ ਸਭ ਕੁਝ ਹੈਗਾ ਹੀ ਹੈ। ਕਮੀਜ਼ਾਂ, ਟੀ-ਸ਼ਰਟ, ਸ਼ਰਟਸ, ਟਰਾਊਜ਼ਰਸ, ਜੀਨਸ, ਜੋ ਵੀ ਤੁਸੀਂ ਕਹੋਗੇ ਸਾਰਾ ਕੁਝ ਅਵੇਲੇਬਲ ਹੈ ਸਾਡੇ ਕੋਲ। ਸਟੋਰ ਓਪਨ ਕੀਤੇ ਗਏ ਨੇ ਲਗਭਗ 2016 ਦੇ ਵਿੱਚ, ਜੇ ਮੈਂ ਗਲਤ ਨਹੀਂ ਬੋਲਦਾ, 2016 ਦੇ ਵਿੱਚ ਓਪਨ ਕੀਤਾ ਗਿਆ ਸੀ ਪਹਿਲਾ ਸਟੋਰ। ਕਨਸੈਪਟ ਕਿੱਥੋਂ ਆਇਆ? ਜਾਂ ਤੁਹਾਡੀ ਬੱਬੂ ਮਾਨ ਨਾਲ ਗੱਲ ਹੋਈ ਹੋਵੇ ਵੀ ਆਪਾਂ ਸਟੋਰ ਲੈ ਕੇ ਆਉਣਾ, ਜਾਂ ਤੁਸੀਂ ਇਹ ਸਵਾਲ ਕੀਤਾ ਹੋਵੇ, ਇਹ ਕਨਸੈਪਟ ਕਿੱਦਾਂ ਆਇਆ ਤੇ ਮਕਸਦ ਕੀ ਸੀ ਖੋਲ੍ਹਣ ਦਾ? ਬੇਸਿਕਲੀ ਮਾਨ ਸਾਹਿਬ ਦਾ ਇੱਕ ਕਨਸੈਪਟ ਸ਼ੁਰੂ ਤੋਂ ਰਿਹਾ ਹੈ ਵੀ ਜੋ ਵੀ ਉਹਨਾਂ ਨੇ ਕੰਮ ਕੀਤਾ ਹੈ ਉਹ ਲੋਕ ਭਲਾਈ ਲਈ ਕੀਤਾ, ਸਿਰਫ ਉਹ ਤਾਂ ਦਿਖਾਵਾ ਜਾਂ ਐਟਲੀਸਟ ਦੱਸਿਆ ਹੀ ਨਹੀਂ ਲੋਕਾਂ ਨੂੰ। ਦਿਖਾਵਾ ਵਰਡ ਤਾਂ ਜ਼ਿਆਦਾ ਵੱਡਾ ਹੋ ਜਾਊਗਾ, ਈਵਨ ਦੱਸਿਆ ਹੀ ਨਹੀਂ ਕਦੇ ਕਿਸੇ ਨੂੰ ਕਿ ਉਹ ਕੀ ਚੰਗੇ ਕੰਮ ਕਰ ਰਹੇ। ਕਈ ਵਾਰ ਬਹੁਤ ਐਸੇ ਅੱਛੇ ਕੰਮ ਕਰ ਜਾਂਦੇ ਆ ਜਿਹੜੇ ਮੈਨੂੰ ਵੀ ਨਹੀਂ ਪਤਾ ਹੁੰਦੇ। ਉਹਨਾਂ ਦੀ ਕੋਈ ਜਿਹੜੀ ਅਸੀਂ ਕਹਾਵਤ ਸੁਣਦੇ ਵੀ ਸੱਜੇ ਹੱਥ ਨੂੰ ਨਹੀਂ ਪਤਾ ਖੱਬੇ ਨੇ ਕੀ ਕੀਤਾ। ਅਤੇ ਚੰਗੀ ਸੋਚ ਉਹਨਾਂ ਦੀ ਸ਼ੁਰੂ ਤੋਂ ਰਹੀ ਹੈ। ਉਹਨਾਂ ਨੇ ਕਦੇ ਵੀ ਕੋਈ ਐਸਾ ਕੰਮ ਨਹੀਂ ਕੀਤਾ ਜਿਹੜਾ ਕਿ ਲੋਕਾਂ ਨੂੰ ਦੱਸਿਆ ਹੋਇਆ ਜਾ ਕੇ ਵੀ ਮੈਂ ਆਹ ਦੇਖੋ ਜੀ ਅੱਜ ਮੈਂ ਇਹ ਕੰਮ ਕਰਿਆ, ਜਾਂ ਲਾਈਵ ਹੋ ਗਏ, ਜਾਂ ਵੈਸੇ ਇੰਟਰਵਿਊ ਰੱਖ ਲਈ, ਜਾਂ ਕੁਛ ਕਦੇ ਵੀ ਨਹੀਂ ਕੀਤਾ। ਸ਼ਾਇਦ ਆਹੀ ਕਾਰਨ ਜਿਹੜਾ ਤੁਸੀਂ ਮੇਰੇ ਤੋਂ ਸਵਾਲ ਪੁੱਛਦੇ ਸੀ ਕਿ ਮੈਂ ਇੰਟਰਵਿਊ ਨਹੀਂ ਦਿੰਦਾ, ਮੈਨੂੰ ਆਪ ਨੂੰ ਵੀ ਨਹੀਂ ਮੈਨੂੰ ਚੰਗਾ ਲੱਗਦਾ ਇੰਟਰਵਿਊ ਦੇਣਾ ਜਾਂ ਆਪਣੇ ਬਾਰੇ ਗੱਲ ਕਰਨੀ। ਮਾਨ ਸਾਹਿਬ ਜਿਹੜੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਇਆ, ਮੈਂ ਸ਼ੁਰੂ ਤੋਂ ਮੈਨੂੰ ਬਹੁਤ ਪ੍ਰਭਾਵਿਤ ਉਹਨਾਂ ਦੀ ਸ਼ਖਸੀਅਤ ਤੋਂ। ਦਿਲ ਦੇ ਸਾਫ਼ ਸੁਥਰੇ ਔਰ ਸੱਚੇ ਸੁੱਚੇ ਆਦਮੀ ਨੇ। ਇਹ ਗੱਲ ਮੈਂ ਇਸ ਕਰਕੇ ਤੁਸੀਂ ਪੁੱਛ ਲਿਆ ਤਾਂ ਮੈਂ ਦੱਸ ਦਿੰਦਾ, ਮੈਂ ਕਦੇ ਬੋਲਿਆ ਵੀ ਨਹੀਂ ਗੱਲ, ਪਰ ਇਹ ਸੱਚਾਈ ਇਹੀ ਹੈ ਕਿ ਉਹ ਜੋ ਅੰਦਰੋਂ ਨੇ ਉਹੀ ਬਾਹਰੋਂ ਨੇ। ਉਹਨਾਂ ਦੇ ਅੰਦਰ ਕੋਈ ਪਾਪ ਜਾਂ ਉੱਦਾਂ ਦੀ ਕੋਈ ਚੀਜ਼ ਨਹੀਂ ਹੈ। ਸਟੋਰਾਂ ਦੇ ਬਾਰੇ ਸੋਚਿਆ ਤਾਂ ਸੀ ਵੀ ਜਿਹੜੇ ਚੰਗੇ ਕੰਮ ਉਹ ਕਰਦੇ ਨੇ
ਉਹਦੇ ਵਿੱਚ ਇਹਦਾ ਵੀ ਇੱਕ ਯੋਗਦਾਨ ਹੋ ਜਾਏਗਾ। ਜੋ ਵੀ ਸਾਨੂੰ ਪਰਮਾਤਮਾ ਵੱਲੋਂ ਜੋ ਵੀ ਇਸ 'ਚੋਂ ਕਮਾਈ ਹੁੰਦੀ ਹੈ ਉਸੇ ਚੰਗੇ ਕੰਮਾਂ ਵੱਲ ਨੂੰ ਜ਼ਰੂਰ ਉਹਦਾ ਇੱਕ ਪਾਰਟ ਲਾਉਂਦੇ ਹਾਂ। ਜਦੋਂ ਸਟੋਰ ਖੋਲ੍ਹਦੇ ਆ ਨਾਲ ਨਾਲ EMPLOYE ਵੀ ਚਾਹੀਦੇ ਹੁੰਦੇ ਨੇ, ਵਿਅਕਤੀ ਵੀ ਚਾਹੀਦੇ ਹੁੰਦੇ ਨੇ ਉੱਥੇ ਕੰਮ ਕਰਨ ਵਾਸਤੇ, ਜਾਂ ਬ੍ਰਾਂਡ ਤੁਸੀਂ ਬਣਾਉਂਦੇ ਹੋ। ਹੁਣ ਤੱਕ ਕਿੰਨੇ ਰੁਜ਼ਗਾਰਾਂ ਨੂੰ ਨੌਕਰੀ ਮਿਲ ਚੁੱਕੀ ਹੈ ਬੱਬੂ ਮਾਨ ਸਟੋਰ ਦੇ ਵਿੱਚ, ਔਰ ਅੱਗੇ ਫਿਰ ਤੁਹਾਨੂੰ ਲੱਗਦਾ ਪਲਾਨ ਕੀ ਅੱਗੇ ਜਾ ਕੇ, ਉਹ ਕਿੰਨੇ EMPLOYE ਤੁਹਾਡੇ ਕੋਲ ਕੰਮ ਕਰਦੇ ਪਏ ਨੇ? ਦੇਖੋ, EMPLOYE ਇਕੱਲੇ ਸਟੋਰਾਂ 'ਤੇ ਜਿਹੜੇ ਸਾਹਮਣੇ ਦਿਖਦੇ ਨੇ ਉਹ ਨਹੀਂ ਹੁੰਦੇ। ਜਿੱਥੇ ਸਾਡਾ ਸਮਾਨ ਬਣਦਾ ਵੀ ਹੈ, ਜਿੱਥੇ ਮੈਨੂਫੈਕਚਰਿੰਗ ਹੁੰਦੀ ਹੈ, ਉੱਥੇ ਵੀ ਕੰਮ ਕਰਦੇ ਆ। ਸੋ ਰੋਜ਼ਗਾਰ ਜੋ ਮਾਨ ਸਾਹਿਬ ਦੀ ਸੋਚ ਦੇ ਹਿਸਾਬ ਨਾਲ ਅਗਰ ਆਪਾਂ ਗਿਣੀਏ ਤਾਂ ਸੈਂਕੜੇ ਲੋਕੀ ਹੁਣ ਤੱਕ ਸਾਡੇ ਨਾਲ ਡਾਇਰੈਕਟਲੀ ਇਨਡਾਇਰੈਕਟਲੀ ਰੋਜ਼ਗਾਰ ਦੇ ਵਿੱਚ ਜੁੜ ਕੇ ਹੋਣਗੇ। ਰਹੀ ਗੱਲ ਦੂਸਰੀ ਕਿ ਸਾਡਾ ਫਿਊਚਰ ਪਲਾਨ ਕੀ ਹੈ, ਫਿਊਚਰ ਪਲਾਨ ਸਾਡਾ ਇਸ ਤਰ੍ਹਾਂ ਜੀ, ਇੱਕ ਤਾਂ ਇਹ ਸਟੋਰਸ ਨੂੰ ਅਸੀਂ ਹਾਲੇ ਤੱਕ ਜ਼ਿਆਦਾ ਪ੍ਰਮੋਟ ਉਸ ਤਰੀਕੇ ਨਾਲ ਨਹੀਂ ਕੀਤਾ ਕਿ ਉਹਦੀ ਐਡ ਕੀਤੀ ਜਾਏ ਜਾਂ ਉਸ ਤਰ੍ਹਾਂ ਕੀਤੀ ਜਾਏ, ਲੇਕਿਨ ਹੌਲੀ ਹੌਲੀ ਹੁਣ ਅਸੀਂ ਇਸ ਸਿਲਸਿਲੇ 'ਚ ਨੂੰ ਵੀ ਮੈਂ ਸੋਚਦਾ ਕਈ ਵਾਰ ਮਾਨ ਸਾਹਿਬ ਤਾਂ ਸ਼ਾਇਦ ਇਸ ਗੱਲ ਨੂੰ ਨਹੀਂ ਪਸੰਦ ਕਰਨਗੇ ਵੀ ਐਡ ਕਿਉਂਕਿ ਉਹ ਜ਼ਿੰਦਗੀ 'ਚ ਕਿਸੇ ਗਾਣੇ ਤੋਂ ਲੈ ਕੇ ਕਿਸੇ ਚੀਜ਼ ਦੀ ਪਬਲਿਸਿਟੀ ਨਹੀਂ ਕਰਦੇ। ਉਹ ਚੀਜ਼ ਬਣਾਉਂਦੇ ਨੇ ਔਰ ਲੋਕਾਂ ਦੀ ਕਚਹਿਰੀ ਛੱਡ ਦਿੰਦੇ, ਬਾਕੀ ਉਹ ਛੱਡ ਦਿੰਦੇ ਨੇ। ਮੈਂ ਸੋਚਦਾ ਸਟੋਰਸ ਦਾ ਥੋੜ੍ਹਾ ਬਹੁਤ ਅਸੀਂ ਜ਼ਰੂਰ ਇਹਦੀ ਐਡ ਕਰਾਂਗੇ, ਬਟ ਫਿਊਚਰ ਪਲਾਨ ਦੇ ਵਿੱਚ ਅਸੀਂ ਕੈਫੇ ਅਤੇ ਗਰੋਸਰੀ ਕਿਸਾਨਾਂ ਨੂੰ ਨਾਲ ਜੋੜਨ ਲਈ ਅਸੀਂ ਗਰੋਸਰੀ ਦੇ ਵੱਲ ਨੂੰ ਵੀ ਜਾਵਾਂਗੇ, ਚਾਹੇ ਉਹ ਕਣਕ ਹੋਏ ਚਾਹੇ ਆਰਗੈਨਿਕ ਫੂਡ ਹੋਣ, ਉਹਦੇ ਵੱਲ ਨੂੰ ਵੀ ਅਸੀਂ ਜਾਵਾਂਗੇ। ਜਦੋਂ ਤੁਸੀਂ ਗਰੋਸਰੀ ਦੇ ਸਟੋਰ ਦੀ ਗੱਲ ਕੀਤੀ, ਕੈਫੇ ਦੀ ਗੱਲ ਕੀਤੀ ਹੈ, ਉਹ 'ਚ ਕਿਵੇਂ ਤੁਸੀਂ ਲੋਕਾਂ ਤੱਕ ਪਹੁੰਚੋਗੇ, ਕਿੱਥੇ ਸਟੋਰ ਖੋਲ੍ਹਣਗੇ, ਕਿਵੇਂ ਕਿਵੇਂ ਉਹਦਾ ਤੁਸੀਂ ਪਲਾਨ ਕੀਤਾ ਹੋਣਾ, ਕਿਸ ਤਰੀਕੇ ਨਾਲ ਤੁਸੀਂ ਜੋੜ ਪਾਓਗੇ ਕਿਸਾਨਾਂ ਨਾਲ? ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀ ਬੜੀ ਹਾਲਤ ਮਾੜੀ ਹੈ, ਉੱਥੇ ਕਿਸਾਨਾਂ ਖੁਦਕੁਸ਼ੀ ਵੀ ਕਰਦੇ ਨੇ, ਕਈਆਂ ਦਾ ਤਾਂ ਕਰਜ਼ਾ ਵੀ ਨਹੀਂ ਇੱਥੇ ਮਾਫ ਹੁੰਦਾ ਤਾਂ ਵੀ ਖੁਦਕੁਸ਼ੀ ਕਰ ਜਾਂਦੇ ਨੇ। ਫਿਰ ਤੁਹਾਡਾ ਇਹ ਜਿਹੜਾ ਪਹਿਲਾ ਕਦਮ ਚੱਕਿਆ ਗਿਆ, ਫਿਰ ਕਿਸ ਤਰੀਕੇ ਨਾਲ ਤੁਸੀਂ ਕਿਸਾਨਾਂ ਨੂੰ ਆਪਦੇ ਵੱਲ ਖਿੱਚੋਗੇ? ਦੇਖੋ, ਮਾਨ ਸਾਹਿਬ ਕਿਸਾਨਾਂ ਨੂੰ, ਵੈਸੇ ਤਾਂ ਸਭ ਨੂੰ, ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਸਾਰੇ ਮਿਹਨਤਕਸ਼ ਲੋਕਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਬਹੁਤ ਜ਼ਿਆਦਾ ਉਹਨਾਂ ਦੇ ਦਿਲੋਂ ਉਹਨਾਂ ਦੇ ਹਮਦਰਦੀ ਹੈ। ਉਹਨਾਂ ਦੀ ਮੈਂ ਪਹਿਲਾਂ ਵੀ ਉਹੀ ਗੱਲ ਕਹੀ, ਉਹ ਸ਼ੋਅ ਨਹੀਂ ਕਰਦੇ, ਮੂੰਹੋਂ ਨਹੀਂ ਬੋਲਦੇ, ਬਟ ਹੁਣ ਲੋਕਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਉਹਨਾਂ ਦੇ ਲਈ ਕਿਸਾਨ, ਮਜ਼ਦੂਰ ਜਾਂ ਜੋ ਵੀ ਕੁਛ ਜੋ ਲੋਕ ਸਮਾਜ ਨਾਲ ਜੁੜੇ ਹੋਏ ਲੋਕ ਨੇ ਔਰ ਉਹਨਾਂ ਨੂੰ ਕੋਈ ਲੋੜ ਹੈ ਉਹਦੇ ਲਈ ਉਹ ਹਮੇਸ਼ਾ ਖੜੇ ਹੁੰਦੇ ਆ ਔਰ ਖੜੇ ਰਹਿਣਗੇ ਵੀ। ਸੱਚ ਦੇ ਨਾਲ ਪਹਿਰਾ ਦਿੰਦੇ ਨੇ, ਸੱਚ ਦੇ ਨਾਲ ਖੜਦੇ ਨੇ। ਹੁਣ ਜਿਹੜੇ ਕਿਸਾਨਾਂ ਦੇ ਸਾਡੇ ਕੋਲ ਆਈਡੀਆਜ਼ ਨੇ ਕਿ ਜਿਹੜੇ ਚੀਜ਼ਾਂ ਸਾਡੇ ਕੋਲ, ਸਪੋਜ਼ ਕੋਈ ਛੋਟਾ ਕਿਸਾਨ ਹੈ, ਉਹਦੇ ਕੋਲ ਜ਼ਮੀਨ ਥੋੜ੍ਹੀ ਘੱਟ ਹੈ, ਉਹਦੇ ਵਿੱਚ ਉਨੀ ਆਮਦਨ ਨਹੀਂ ਹੁੰਦੀ, ਪਰਿਵਾਰ ਵੱਡਾ ਹੁੰਦਾ ਹੈ, ਉਹਦੇ ਲਈ ਆਰਗੈਨਿਕ ਖੇਤੀ ਜਾਂ ਕੁਝ ਇਸ ਤਰ੍ਹਾਂ ਚੀਜ਼ਾਂ ਜਿਸ 'ਚੋਂ ਜ਼ਿਆਦਾ ਫਸਲ ਲੈ ਸਕੇ, ਜ਼ਿਆਦਾ ਚੀਜ਼ਾਂ ਕਰ ਸਕੇ, ਇਸ ਤਰ੍ਹਾਂ ਦੀ ਉਹਨਾਂ ਨੂੰ ਨੋ ਹਾਊ ਦੇ ਨਾਲ ਅਸੀਂ ਵਾਕਫ ਕਰਾਵਾਂਗੇ, ਟੈਕਨੀਕਲ ਲੋਕਾਂ ਨੂੰ ਲੈ ਕੇ। ਪਲੱਸ ਜੋ ਉਹਨਾਂ ਦੀ ਚੀਜ਼ਾਂ ਹੋਣਗੀਆਂ ਜੋ ਸਾਡੇ ਨਾਲ ਜੋੜਨਗੇ, ਅਸੀਂ ਉਹਨਾਂ ਚੀਜ਼ਾਂ ਨੋ ਪ੍ਰੋਫਿਟ ਨੋ ਲਾਸ ਤੇ, ਸਪੋਜ਼ ਸਾਨੂੰ ਜਿੰਨੇ ਦੀ ਬਿੱਲ ਉਹ ਦੇਣਗੇ ਉਹਨੇ ਅਸੀਂ ਵੇਚ ਕੇ ਉਹਨਾਂ ਨੂੰ ਪਹਿਲਾਂ ਹੀ ਸਾਰੀ ਪੇਮੈਂਟ ਕਰ ਦਾਂਗੇ। ਇਹ ਆਈਡੀਆ ਕਿੱਥੋਂ ਆਇਆ? ਆਈਡੀਆ ਤੁਹਾਡਾ ਸੀ ਕਿ ਬੱਬੂ ਮਾਨ ਸਾਹਿਬ ਦਾ ਸੀ ਕਿ ਆਪਾਂ ਕਿਸਾਨਾਂ ਨਾਲ ਜੋੜੀਏ, ਗਰੋਸਰੀ ਸਟੋਰ ਖੋਲੀਏ, ਕੈਫੇ ਖੋਲੀਏ? ਇਹ ਆਈਡੀਆ ਕਿਵੇਂ ਆਇਆ? ਦੇਖੋ, ਸਟੋਰਸ ਦਾ ਜਿਹੜੀ ਗੱਲਬਾਤ ਹੈ ਉਹ ਮੈਂ ਸੋਚਦਾ ਰਹਿਣਾ, ਲੇਕਿਨ ਜੋ ਬਿਨਾਂ ਪੈਸੇ ਤੋਂ ਨਿਸਵਾਰਥ ਭਾਵ ਨਾਲ ਮਦਦ ਕਰਨ ਦਾ ਸੋਚ ਹੈ ਉਹ ਸਿਰਫ ਮਾਨ ਸਾਹਿਬ ਦੀ ਹੈ। ਕਿਸਾਨਾਂ ਦੀ ਮਦਦ ਕਿਵੇਂ ਕਰਨੀ, ਉਹਨਾਂ ਲਈ ਕੀ ਚੰਗਾ ਸੋਚਣਾ, ਕੀ ਪਲਾਨ ਨੇ, ਉਹ ਸਾਰੇ ਆਈਡੀਆਜ਼ ਉਹਨਾਂ ਦੇ ਦਿਮਾਗ 'ਚ ਹੀ ਹੁੰਦੇ ਆ। ਉਹ ਕਿਸਾਨਾਂ ਲਈ ਬਹੁਤ ਕੁਝ ਸੋਚਦੇ ਰਹਿੰਦੇ ਨੇ ਔਰ ਪੂਰੇ ਦਿਲੋਂ ਉਹਨਾਂ ਨਾਲ ਖੜੇ ਨੇ ਔਰ ਕੰਮ ਕਰਨਾ ਚਾਹੁੰਦੇ ਉਹਨਾਂ ਦੇ ਹਿੱਤ 'ਚ, ਔਰ ਉਹ ਆਈਡੀਆ ਸਾਰੇ ਕਿਸਾਨੀ ਦੇ ਨਾਲ ਜੋ ਵੀ ਸੰਬੰਧਿਤ ਉਹ ਮਾਨ ਸਾਹਿਬ ਦੇ। ਮੈਂ ਤਾਂ ਸਟੋਰਸ ਬਾਰੇ ਵੈਸੇ ਸੋਚ ਲੈਣ ਵੀ ਚਲੋ ਇਹ ਗਰੋਸਰੀ ਆਪਾਂ ਰੱਖ ਲਈ, ਉੱਦਾਂ ਕਰ ਲਈ। ਮੈਂ ਤਾਂ ਐਂ ਕਹਿ ਲਓ ਵੀ ਸਟੋਰਸ ਵਧਾਏ, ਉਹਨਾਂ ਬਾਰੇ ਅੱਛੀ ਚੀਜ਼ਾਂ ਆਉਣ, ਕਿਸਾਨਾਂ ਦਾ ਮਾਲ ਵਿਕੇ, ਪਰ ਜਿਹੜੀ ਅਸਲ ਅੰਦਰੋਂ ਸਭ ਕੁਝ ਸੋਚ ਔਰ ਹਮਦਰਦੀ ਹੈ ਕਿਸਾਨਾਂ ਲਈ, ਪਿਆਰ ਸਾਰੇ ਮਜ਼ਦੂਰਾਂ ਲਈ, ਉਹ ਬੱਬੂ ਮਾਨ ਜੀ ਦੀ ਹੈ। ਆਪਾਂ ਦੇਖਦੇ ਹਾਂ ਕਿ ਬੱਬੂ ਮਾਨ ਦੇ ਫੈਨ ਫੋਲੋਇੰਗ ਬਹੁਤ ਵੱਡੀ ਹੈ, ਨੌਜਵਾਨ ਲੋਕੀ ਪਸੰਦ ਕਰਦੇ ਨੇ ਉਹਨਾਂ ਨੂੰ, ਉਹਨਾਂ ਦੀ ਗਾਇਕੀ ਬਹੁਤ ਵਧੀਆ, ਸਾਫ਼ ਸੁਥਰੀ ਹੈ। ਤੁਸੀਂ ਵੀ ਉਹਨਾਂ ਨਾਲ ਰਹੇ ਹੋ, ਕਾਲਜ ਦੇ ਫਰੈਂਡ ਹੈਗੇ ਹੋ। ਗੁੱਸੇ ਬਾਰੇ ਗੱਲ ਕਰੀ ਕਿ ਬੱਬੂ ਮਾਨ ਨੂੰ ਕਦੇ ਗੁੱਸਾ ਆਉਂਦਾ? ਤੁਸੀਂ ਦੇਖਿਆ ਹੋਣਾ ਜਾਂ ਤਜਰਬਾ, ਤੁਸੀਂ ਰਹੇ ਹੋ ਨਾਲ, ਕਿਉਂਕਿ ਇੱਕ ਦੋਸਤ ਨੂੰ ਕਹਿੰਦੇ ਸਭ ਕੁਝ ਪਤਾ ਹੁੰਦਾ ਹੈ ਚਾਹੇ ਉਹਦੇ ਘਰਦਿਆਂ ਨੂੰ ਨਾ ਪਤਾ ਹੋਵੇ। ਦੇਖੋ, ਮੈਂ ਤਾਂ ਪਹਿਲੀ ਗੱਲ ਕਹਿੰਦਾ, ਵੈਸੇ ਤਾਂ ਮੈਂ ਹੁਣ ਗੱਲਾਂ ਚੈਨਲ 'ਤੇ ਨਹੀਂ ਕਰਦਾ ਚੰਗਾ ਲੱਗਦਾ, ਬਟ ਇੱਕ ਗੱਲ ਕਹੂੰਗਾ, ਮਾਨ ਸਾਹਿਬ ਦੀ ਇੱਕ ਲਾਈਨ ਹੈ ਜਿਹੜੀ ਮੈਂ ਹਮੇਸ਼ਾ ਮੇਰੇ ਮਨ 'ਚ ਆਈ ਹੈ, ਮੈਂ ਬੜੀ ਵਾਰ ਜ਼ਿਕਰ ਆਪਣੇ ਮਨ 'ਚ ਵੀ ਕਰਦਾ, 2-4 ਪੁਰਾਣੇ ਦੋਸਤਾਂ ਨਾਲ ਵੀ ਗੱਲ ਕਰਦਾ। ਦ ਰੀਅਲ ਫੇਸ ਆਫ ਬੱਬੂ ਮਾਨ। ਬੱਬੂ ਮਾਨ ਅਸਲ ਅੰਦਰੂਨੀ ਤੌਰ 'ਤੇ ਕੀ ਹੈ, ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਵੀ ਉਹ ਦਿਲ ਦੇ ਸਾਫ਼ ਸੁਥਰਾ ਆਦਮੀ ਹੈ, ਇੰਨਾ ਕਲੀਨ ਐਂਡ ਕਲੀਅਰ ਹਾਰਟਡ ਬੰਦਾ ਬਹੁਤ ਘੱਟ ਹੁੰਦਾ ਹੈ। ਉਹਨਾਂ ਨੂੰ ਗੁੱਸਾ ਉਸ ਤਰੀਕੇ ਦਾ ਨਹੀਂ ਆਉਂਦਾ, ਨਾ ਕੋਈ ਉਸ ਤਰੀਕੇ ਦੇ ਗੱਲ 'ਚ ਦਿਮਾਗ 'ਚ ਹੈ ਕਿ ਕਿਸੇ 'ਤੇ ਗੁੱਸਾ ਕਰ ਲਿਆ, ਕਿਸੇ ਨੂੰ ਗੱਲ ਕਰ ਲਿਆ। ਨਾ ਇਨਸਾਫੀ ਜਿੱਥੇ ਹੁੰਦੀ ਹੈ ਨਾ, ਜਿੱਥੇ ਕੋਈ ਲੱਗਦਾ ਵੀ ਧੱਕਾ ਹੋ ਰਿਹਾ ਹੈ, ਉੱਥੇ ਉਹਨਾਂ ਨੂੰ ਥੋੜ੍ਹਾ ਬੁਰਾ ਲੱਗਦਾ ਹੈ, ਉਹ ਰਿਐਕਟ ਕਰਦੇ ਨੇ ਔਰ ਸੱਚ ਮੂੰਹ 'ਤੇ ਬੋਲ ਦਿੰਦੇ। ਤੁਹਾਨੂੰ ਕਿੰਨਾ ਸਮਾਂ ਹੋ ਗਿਆ, ਤੁਸੀਂ ਕਾਲਜ ਟਾਈਮ ਦੇ ਫਰੈਂਡ ਹੈਗੇ ਹੋ ਤਾਂ ਤੁਹਾਨੂੰ ਕਿੰਨਾ ਸਮਾਂ ਹੋ ਗਿਆ? ਕਿਉਂਕਿ ਬੱਬੂ ਮਾਨ ਨੇ ਤੁਹਾਡੀ ਬਾਂਹ ਨਹੀਂ ਛੱਡੀ, ਹੁਣ ਤੱਕ ਤੁਸੀਂ ਇਕੱਠੇ ਹੈਗੇ ਹੋ ਤੇ ਤੁਹਾਡੇ ਬਾਰੇ ਸੁਣਦੇ ਵੀ ਬਹੁਤ ਹੈਗੇ ਆ, ਪਰ ਤੁਸੀਂ ਅੱਜ ਇੰਟਰਵਿਊ ਕਰਨ ਆਏ ਹੋ, ਕਾਫੀ ਲੰਬੇ ਸਮੇਂ ਬਾਅਦ ਆਏ ਹੋ, ਤੁਸੀਂ ਕਿਸੇ ਨੂੰ ਇੰਟਰਵਿਊ ਹੀ ਨਹੀਂ ਕਰਦੇ। ਫਿਰ ਕਿੰਨਾ ਸਮਾਂ ਤੁਹਾਨੂੰ ਹੋ ਗਿਆ ਨਾਲ ਦਿੰਦੇ ਨੂੰ? ਸਮਾਂ ਤਾਂ ਕਾਫੀ ਹੋ ਗਿਆ ਜੀ, ਅਰਾਊਂਡ ਅਗਰ ਮੈਂ ਗਿਣਾ ਤਾਂ 25-27 ਸਾਲ ਹੋ ਸਕਦੇ ਹੋਏ ਹੁਣ। ਲੇਕਿਨ ਉਸ ਸਮੇਂ 'ਚ ਮੈਂ ਕਦੇ ਨਾ ਤਾਂ ਇਹ ਜ਼ਿਕਰ ਕਰਦਾ ਸੀਗਾ, ਨਾ ਮੈਂ ਕਦੇ ਉਹਨਾਂ ਬਾਰੇ ਗੱਲ ਕੀਤੀ ਇਸ ਤਰੀਕੇ ਦੇ ਨਾਲ, ਨਾ ਹੀ ਮੈਂ ਕਦੇ ਇਹ ਸੋਚਿਆ ਵੀ ਆਪਾਂ ਇਹ ਕਹੀਏ ਵੀ ਉਹਨਾਂ ਨੇ ਕੀ ਉਹਨਾਂ ਦੀ ਜਿਹੜੀ ਉਪਲਬਧੀਆਂ ਉਹ ਦੱਸਣ ਦੀ ਲੋੜ ਨਹੀਂ। ਫੁੱਲ ਬਾਰੇ ਦੱਸਣਾ ਕਿ ਉਹ 'ਚ ਖੁਸ਼ਬੂ ਹੈ, ਇਹ ਸ਼ਾਇਦ ਗਲਤ ਗੱਲ ਹੋ ਜਾਏ। ਸੂਰਜ ਦੀ ਰੋਸ਼ਨੀ ਹੈ ਦੱਸਣਾ ਗਲਤ ਗੱਲ ਹੋ ਜੂਗੀ, ਇਹ ਮੈਂ ਨਹੀਂ ਉਸ ਬਾਰੇ ਕੁਝ ਬੋਲ ਸਕਦਾ। ਉਹ ਗ੍ਰੇਟ ਆਦਮੀ ਹੈ, ਇੰਨਾ ਕਹੂੰਗਾ ਕਿ ਮੇਰੇ ਦੋਸਤ ਨੇ, ਕੋਈ ਸੋਚਿਆ ਵੀ ਦੋਸਤ ਬਾਰੇ ਗੱਲ ਕਰ ਰਿਹਾ, ਬਟ ਮੇਰੇ ਦੋਸਤ ਹੈ, ਪਰ ਜਿਹੜੀ ਸੱਚੀ ਗੱਲ ਹੈ ਉਹ ਸ਼ਖਸੀਅਤ ਇਸ ਸਭ ਤੋਂ ਅਲੱਗ ਹੈ।
ਉਹ ਇੱਕ ਅਲੱਗ ਹੀ ਚੀਜ਼ ਨੇ ਜਿਹੜੀਆਂ ਕਿ ਮੈਂ ਕਦੇ ਇਸ ਤਰ੍ਹਾਂ ਦੇ ਹੋਰ ਕਿਸੇ ਸ਼ਖਸ ਨੂੰ ਮਿਲਿਆ ਹੀ ਨਹੀਂ ਆਪਣੀ ਜ਼ਿੰਦਗੀ 'ਚ। ਇੰਨੇ ਜ਼ਿਆਦਾ ਵਧੀਆ ਇਨਸਾਨ ਹੈ। ਆਪਾਂ ਤਾਂ ਬੜਾ ਗਰੋਸਰੀ ਸਟੋਰ ਤੇ ਆ ਜਾਂਦੇ ਆ ਹੁਣ, ਜੇ ਤੁਸੀਂ ਕੈਫੇ ਖੋਲੋਗੇ ਜਾਂ ਗਰੋਸਰੀ ਸਟੋਰ ਖੋਲੋਗੇ, ਕਦੋਂ ਤੱਕ ਉਮੀਦ ਕੀਤੀ ਜਾ ਸਕਦੀ ਹੈ ਵੀ ਕਦੋਂ ਤੱਕ ਕਿਸਾਨ ਇਸ ਚੀਜ਼ ਦਾ ਇੰਤਜ਼ਾਰ ਕਰਨ ਜਾਂ ਕੈਫੇ ਤੁਹਾਡਾ ਆਉਣਾ ਹੈ, ਕਦੋਂ ਤੱਕ ਤੁਹਾਡਾ ਪਲਾਨ ਬਣ ਰਿਹਾ? ਦੇਖੋ, ਜਿਹੜਾ ਸਾਡਾ ਗਰੋਸਰੀ ਸਟੋਰ ਦਾ ਪਲਾਨ ਹੈ, ਕੋਸ਼ਿਸ਼ ਹੋਏਗੀ ਇਸ ਸਾਲ 'ਚ ਹੀ ਉਹ ਸ਼ੁਰੂ ਹੋ ਜਾਏ। ਆਰਗੈਨਿਕ ਤੋਂ ਸ਼ੁਰੂ ਕਰਨਾ ਚਾਹਾਂਗੇ, ਜਾਂ ਉਹ ਕੁਝ ਜਿਹੜੇ ਆਪਸ ਸੈਲਫ ਹੈਲਪ ਗਰੁੱਪ ਹੁੰਦੇ ਜਿਹੜੇ ਆਪਸ ਇਕੱਠੇ ਹੋ ਕੇ ਇੱਕ ਕਾਰਪੋਰੇਟ ਬਣ ਜਾਂਦਾ ਹੈ, ਉਹਦੇ ਵਿੱਚੋਂ ਕੰਮ ਕਰਦੇ ਨੇ, ਉਸ ਤਰ੍ਹਾਂ ਦੇ ਕੁਝ ਲੋਕ ਅਸੀਂ ਜੋੜਾਂਗੇ ਜਿਹੜੇ ਸ਼ੁਰੂ 'ਚ ਹੋਣ। ਹੌਲੀ ਹੌਲੀ ਜਿਹੜੇ ਕਿਸਾਨ ਛੋਟੇ ਨੇ ਉਹਨਾਂ ਦੀ ਬਾਂਹ ਫੜਨਾ ਚਾਹੁੰਦੇ ਬੇਸਿਕਲੀ, ਮਾਨ ਸਾਹਿਬ ਦੇ ਅੰਦਰੋਂ ਇੱਛਾ ਹੈ। ਮੈਂ ਵੀ ਇਹੀ ਚਾਹੂੰਗਾ ਵੀ ਇੱਦਾਂ ਹੀ ਹੋਏ। ਔਰ ਜਿਹੜੇ ਕੈਫੇ ਨੇ ਉਹ ਵੀ ਚਾਹੇ ਰੱਬ ਨੇ ਤਾਂ ਇੱਕ ਅੱਧੇ ਮਹੀਨੇ ਤੋਂ ਹੀ ਸ਼ਾਇਦ ਤੁਹਾਨੂੰ ਪਹਿਲਾ ਕੈਫੇ ਅਸੀਂ ਇੱਕ ਛੋਟਾ ਜਿਹਾ ਕਿਸੇ ਪੰਜਾਬ ਦੇ ਸ਼ਹਿਰ ਸ਼ੁਰੂ ਕਰਕੇ ਤੁਹਾਨੂੰ ਖੁਸ਼ਖਬਰੀ ਦੇ ਦਾਂਗੇ ਉਹਦੀ। ਮੇਰਾ ਇੱਕ ਆਖਰੀ ਸਵਾਲ ਹੈ, ਬੜਾ ਹਟਵਾਂ ਸਵਾਲ ਹੈ ਕਿ 27 ਸਾਲ ਤੁਸੀਂ ਬੱਬੂ ਮਾਨ ਦੇ ਨਾਲ ਰਹੇ ਹੋ, ਕਦੇ ਕੋਈ ਇੱਕ ਇਹੋ ਜਿਹਾ ਮੋੜ ਆਇਆ ਹੋਵੇ, ਇੱਕ ਇਹੋ ਜਿਹਾ ਪਲ ਹੋਇਆ ਹੋਵੇ ਜੋ 27 ਸਾਲ ਵਿੱਚ ਬੱਬੂ ਮਾਨ ਨੇ ਤੁਹਾਨੂੰ ਇੱਕ ਇਹੋ ਜਿਹੀ ਗੱਲ ਕਹੀ ਹੋਵੇ ਉਹ ਤੁਹਾਨੂੰ ਅੱਜ ਤੱਕ ਯਾਦ ਹੋਵੇ? ਨਹੀਂ, ਗੱਲਾਂ ਤਾਂ ਉਹਨਾਂ ਦੀ ਜਿੰਨੀ ਵਾਰ ਮਿਲਦੇ ਨੇ, ਮੈਂ ਤੁਹਾਨੂੰ ਪਹਿਲਾਂ ਕਿ ਸਮੁੰਦਰ ਨੇ, ਉਹ ਤਾਂ ਗੱਲਾਂ ਸਾਰੀਆਂ ਰੋਜ਼ ਦੀ ਰੋਜ਼ ਨਵੀਂ ਚੀਜ਼ ਦਿੰਦੇ ਨੇ। ਉਹਨਾਂ ਦੀ ਜਿਹੜੀ ਡੀਪ ਥਿੰਕਿੰਗ ਹੈ ਮਿਊਜ਼ਿਕ ਬਾਰੇ, ਲਿਟਰੇਚਰ ਬਾਰੇ, ਉਹ ਮੈਨੂੰ ਮਤਲਬ ਕੋਈ ਵੀ ਗੱਲ ਤੁਸੀਂ ਗੱਲ ਕਰ ਲਓ ਪੰਜਾਬ ਬਾਰੇ, ਉਹਨਾਂ ਦੀ ਜਿਹੜੀ ਸੋਚ ਹੈ ਉਹ ਮੈਂ ਕਿਸੇ ਵੀ ਬੰਦੇ ਨੇ ਦੇਖੀ। ਬਸ ਇਹੀ ਗੱਲ ਕਹੂੰਗਾ, ਉਸ ਤੋਂ ਬਾਅਦ ਕੋਈ ਹੋਰ ਗੱਲ ਮੈਂ ਦੱਸ ਨਹੀਂ ਸਕਦਾ। ਮਿਊਜ਼ਿਕ ਨੂੰ ਇੱਕ ਮਿਊਜ਼ਿਕ ਦੇ ਨਾਲ ਰਿਲੇਟਡ ਵਾਸਤਾ ਰੱਖਦੇ ਨੇ, ਮਿਊਜ਼ਿਕ ਨੂੰ ਬਹੁਤ ਅੱਛਾ ਉਹ ਕੰਪੋਜ਼ ਵੀ ਕਰਦੇ ਨੇ, ਮਿਊਜ਼ਿਕ ਬਾਰੇ ਕਾਫੀ ਉਹਨਾਂ ਨੂੰ ਪਕੜ ਹੈਗੀ ਹੈ। ਫਿਰ ਜਿਸ ਤਰ੍ਹਾਂ ਤੁਸੀਂ ਪੰਜਾਬ ਦੀ ਗੱਲ ਕੀਤੀ ਕਿ ਪੰਜਾਬ ਉੱਤੇ ਵੀ ਉਹ ਕਿਸਾਨਾਂ ਬਾਰੇ ਵੀ ਸੋਚਦੇ ਨੇ, ਪੰਜਾਬੀਅਤ ਬਾਰੇ ਵੀ ਸੋਚਦੇ ਨੇ, ਇਹ ਗੱਲਾਂ ਮੀਡੀਆ ਦੇ ਅੱਗੇ ਨਹੀਂ ਆਉਂਦੀਆਂ। ਜਿਵੇਂ ਅੱਜ ਤੁਸੀਂ ਜ਼ਿਕਰ ਕਰ ਰਹੇ ਹੋ ਤੇ ਪਤਾ ਲੱਗਿਆ ਉਹਨਾਂ ਦੀ ਇੱਕ ਛਵੀ ਹੈਗੀ ਵੀ ਬਸ ਉਹ ਗਾਇਕ ਨੇ, ਸਟੇਜ ਤੇ ਆਉਂਦੇ ਨੇ, ਸਟੇਜ ਤੇ ਗਾਣਾ ਗਾ ਕੇ ਚਲੇ ਜਾਂਦੇ ਨੇ। ਇਹ ਚੀਜ਼ਾਂ ਇੱਕ ਪੰਜਾਬ ਦੇ ਆਮ ਵਿਅਕਤੀ ਨੂੰ ਵੀ ਤੇ ਪੰਜਾਬ ਦੇ ਸਟਾਰ ਨੂੰ ਵੀ ਸੋਚਣੀਆਂ ਪੈਣੀਆਂ ਨੇ ਕਿ ਪੰਜਾਬ ਅੱਗੇ ਕਿੱਦਾਂ ਜਾਵੇ, ਕਿਸਾਨ ਅੱਗੇ ਕਿੱਦਾਂ ਜਾ ਕੇ ਬਚੇ, ਜਾਂ ਕਿਸਾਨ ਦੀ ਕਿੱਦਾਂ ਬਾਂਹ ਫੜੀਆਂ ਜਾ ਸਕਦੀਆਂ ਨੇ। ਯਾਨੀ ਕਿ ਇਹ ਪੋਲਿਟਿਕਸ ਦੇ ਮਸਲੇ ਹੁੰਦੇ ਨੇ, ਪੋਲਿਟਿਕਸ ਇਸ ਚੀਜ਼ ਨੂੰ ਕਵਰ ਕਰਦੀ ਹੈ। ਪਰ ਇਸ ਤਰੀਕੇ ਨਾਲ ਇਸ ਗਾਇਕ ਦਾ, ਬੱਬੂ ਮਾਨ ਦਾ ਕਿਸਾਨਾਂ ਦੇ ਪ੍ਰਤੀ ਬਾਂਹ ਫੜਨੀ, ਫਿਰ ਕਿੰਨਾ ਕੁ ਲੋਕਾਂ ਨੂੰ ਇਹ ਪਤਾ ਹੈ? ਠੀਕ ਹੈ, ਤੁਸੀਂ ਮੀਡੀਆ ਵਿੱਚ ਨਹੀਂ ਜਾਂਦੇ, ਅੱਜ ਪਹਿਲੀ ਵਾਰ ਗੱਲ ਚੱਕਦੇ ਹੋ, ਫਿਰ ਕਿੰਨਾ ਕੁ ਲੋਕਾਂ ਨੂੰ ਪਤਾ ਹੈ ਇਸ ਚੀਜ਼ ਦਾ? ਜਾਂ ਕਦੀ ਤੁਹਾਡੇ ਲੋਕਾਂ ਨੇ ਵੀ ਇਹ ਗੱਲ ਆ ਕੇ ਕੀਤੀ ਹੈ, ਜਾਂ ਫਿਰ ਲੋਕੀ ਹਮੇਸ਼ਾ ਆ ਕੇ ਪੁੱਛਦੇ ਨੇ ਕਿ ਬੱਬੂ ਮਾਨ ਦੇ ਕਿਹੜਾ ਅੱਗੇ ਗਾਣਾ ਆਉਣਾ ਹੈ, ਕਦੋਂ ਸ਼ੋਅ ਹੋਣਾ ਹੈ? ਕਦੀ ਇਸ ਤਰੀਕੇ ਨਾਲ ਕਿਸੇ ਨੇ ਗੱਲਾਂ ਕੀਤੀਆਂ ਨੇ? ਦੇਖੋ, ਮਾਨ ਸਾਹਿਬ ਦੀ ਮੈਂ ਤੁਹਾਨੂੰ ਗੱਲ ਦੱਸਦਾ। ਮਾਨ ਸਾਹਿਬ ਅਗਰ ਆਪਾਂ ਗੱਲ ਕਰੀਏ ਇਕੱਲੇ ਰਾਈਟਰ, ਸਿੰਗਰ, ਮਿਊਜ਼ਿਕ ਡਾਇਰੈਕਟਰ, ਕੰਪੋਜ਼ਰ, ਐਕਟਰ, ਪ੍ਰੋਡਿਊਸਰ, ਡਾਇਰੈਕਟਰ ਫਿਲਮਾਂ ਦੇ, ਇਹ ਚੀਜ਼ਾਂ ਤਾਂ ਸਭ ਨੂੰ ਪਤਾ ਹੈ। ਇਸ ਤੋਂ ਉੱਤਲੇ ਜਿਹੜੀ ਅਗਲੀ ਇੱਕ ਥਾਟ ਹੈ ਨਾ, ਜਿਹੜੀ ਉਹਨਾਂ ਦੇ ਬਾਰੇ ਇੱਕ ਵਰਡ ਮੈਂ ਕਹਿ ਸਕਦਾ, ਇੰਟੈਲੈਕਚੁਅਲ। ਉਹ ਬਹੁਤ ਇੰਟੈਲੈਕਚੁਅਲ ਕ੍ਰੀਚਰ ਨੇ, ਬਹੁਤ ਇੰਟੈਲੈਕਚੁਅਲ ਵਿਅਕਤੀ ਨੇ। ਉਹਨਾਂ ਦਾ ਜਿਹੜੀ ਵਿਅਕਤੀਤਵ ਹੈ ਮੈਂ ਬਿਆਨ ਨਹੀਂ ਕਰ ਸਕਦਾ, ਮੇਰੇ ਕੋਲ ਸ਼ਬਦ ਨਹੀਂ ਹੈਗੇ ਉਹਨਾਂ ਬਾਰੇ ਦੱਸਣ ਨੂੰ। ਉਹ ਇਹਨਾਂ ਤੋਂ ਨੈਕਸਟ ਲੈਵਲ ਦੇ ਲੋਕ ਨੇ। ਜਿਹੜਾ ਮਿਊਜ਼ਿਕ 10 ਸਾਲ ਬਾਅਦ ਆਉਣਾ ਉਹ ਅੱਜ ਕਰਦੇ ਨੇ। ਉਹ ਬੰਦਿਆਂ ਨੂੰ ਉਸ ਵਕਤ ਸਮਝ ਆਉਂਦਾ ਜਦੋਂ 10 ਸਾਲ ਬਾਅਦ ਕੋਈ ਉਹਨਾਂ ਦੇ ਗਾਣੇ ਦੇ ਲੂਪ ਬਣਾ ਕੇ ਬਿਜ਼ਨਸ ਚਲਾ ਰਿਹਾ ਹੁੰਦਾ। ਅਸੀਂ ਕਦੇ ਕਲੇਮ ਨਹੀਂ ਕੀਤਾ, ਨਾ ਮੈਂ ਕਹਿੰਦਾ ਚੰਗਾ ਲੱਗਦਾ, ਪਰ ਸੱਚਾਈ ਇਹੀ ਹੈ ਕਿ ਮਾਨ ਸਾਹਿਬ ਨੂੰ ਫੋਲੋ ਕਰਨ ਵਾਲੇ ਲੱਖਾਂ ਕਰੋੜਾਂ ਲੋਕ ਨੇ। ਔਰ ਆਪਣੇ ਸਿੰਗਰ, ਇੱਕ ਲੇਡੀ ਸਿੰਗਰ ਨੇ ਮੈਨੂੰ ਇੱਕ ਵਾਰ ਪੁੱਛਿਆ ਸੀਗਾ ਕਿ ਮਨੀਸ਼ ਜੀ ਮੈਨੂੰ ਗੱਲ ਦੱਸੋ ਕਿ ਸਭ ਦੇ ਮੇਰੇ ਵੀ ਫੈਨ ਹੈ, ਸਭ ਦੇ ਫੈਨ, ਪਰ ਮਾਨ ਸਾਹਿਬ ਦੇ ਸਿੰਗਰ, ਰਾਈਟਰ, ਇੰਡਸਟਰੀ ਵਾਲੇ ਲੋਕ ਕਿਉਂ ਇੰਨੇ ਫੈਨ ਨੇ? ਮੇਰੇ ਕੋਲ ਜਵਾਬ ਨਹੀਂ ਸੀਗਾ। ਉਹ ਸਿੰਗਰ ਅਗਰ ਉਹ ਦੇਖ ਰਹੇ ਹੋਣਗੇ ਤਾਂ ਉਹਨਾਂ ਨੂੰ ਪਤਾ ਲੱਗ ਜਾਏਗਾ ਕਿ ਉਹਨਾਂ ਨੇ ਮੈਨੂੰ ਪੁੱਛਿਆ। ਤੇ ਮੈਂ ਇਹੀ ਗੱਲ ਦੱਸ ਰਿਹਾ, ਮਾਨ ਸਾਹਿਬ ਦੇ ਫੈਨ ਸਿਰਫ ਇਸ ਕਰਕੇ ਨੇ ਸਾਰੇ ਸਿੰਗਰ ਵਗੈਰਾ, ਕਿਉਂਕਿ ਉਹ ਸਮਝਦੇ ਨੇ ਵੀ ਮਾਨ ਸਾਹਿਬ ਉਹਨਾਂ ਤੋਂ ਅਗਲੀ ਥਾਟ ਦੀ ਗੱਲ ਕਰਦੇ ਆ। ਉਹਨਾਂ ਦੀ ਸੋਚ ਜਿਹੜੀ ਹੈ ਉਹ ਨੈਕਸਟ ਹੈ, ਜਿਹੜੀ ਜੈਨੂਅਨ, ਇੱਕ ਤੱਕ ਵਰਡ ਫੜ ਲਿਆ ਪਰ ਨੈਕਸਟ ਲੈਵਲ ਦਾ ਮਤਲਬ ਆਪਣੇ ਜ਼ਿਆਦਾਤਰ ਲੋਕਾਂ ਨੂੰ ਪਤਾ ਨਹੀਂ ਹੁੰਦਾ। ਅੰਗਰੇਜ਼ੀ ਦੇ ਸ਼ਬਦ ਅਸੀਂ ਬੋਲਦੇ ਹਾਂ, ਉਹਦਾ ਉਚਾਰਨ ਕਰਦੇ ਹਾਂ, ਲੇਕਿਨ ਉਹਦਾ ਮਤਲਬ ਅਸਲ 'ਚ ਨਹੀਂ ਪਤਾ ਹੁੰਦਾ। ਬੱਬੂ ਮਾਨ ਸਾਹਿਬ ਦੀ ਜਿਹੜੀ ਥਾਟ ਹੈ ਉਹ ਇਹਨਾਂ ਸਾਰਿਆਂ ਨਾਲੋਂ, ਮੇਰੇ ਨਾਲੋਂ, ਹੋਰ ਦੁਨੀਆ ਨਾਲੋਂ ਕਈ 100 ਗੁਣਾ ਅੱਗੇ ਹੈ। ਇਹ ਸਿਰਫ ਫਰਕ ਹੈ ਜਿਹੜਾ। ਫਿਰ ਤੁਹਾਨੂੰ ਕੀ ਲੱਗਦਾ ਕਿ ਬੱਬੂ ਮਾਨ ਦੇ ਨਾਲ ਬਾਕੀ ਗਾਇਕ ਵੀ ਜੇ ਪੰਜਾਬ ਬਾਰੇ ਸੋਚਣ, ਸਾਰਾ ਤਾਂ ਨਹੀਂ ਆਪਾਂ ਕਹਿੰਦੇ ਕਿ ਪੰਜਾਬ ਦੇ ਕਿਸਾਨਾਂ ਦਾ ਜਾਂ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਲੋਕਾਂ ਦਾ ਜਾਂ ਨੌਜਵਾਨਾਂ ਦਾ ਕੁਝ ਭਲਾ ਹੋ ਸਕਦਾ ਜੇ ਸਾਰੇ ਗਾਇਕ ਇੱਦਾਂ ਸੋਚਣ? ਤਾਂ ਬਿਲਕੁਲ ਹੋ ਸਕਦਾ ਜੀ, 100% ਹੋ ਸਕਦਾ, ਕਿਉਂ ਨਹੀਂ ਹੋਏਗਾ? ਮੈਂ ਨਹੀਂ ਕਹਿੰਦਾ ਕਿ ਨਹੀਂ ਹੋਏਗਾ, 100% ਹੋਏਗਾ। ਪਰ ਅਸੀਂ ਇੱਕ ਗੱਲ ਜ਼ਰੂਰ ਕਹਿੰਦੇ, ਅਸੀਂ ਜਿੰਨਾ ਵੀ ਜਦ ਤੱਕ ਪ੍ਰਮਾਤਮਾ ਨੇ ਸਵਾਸ ਬਖਸ਼ਿਆ, ਕੁਝ ਇਸ ਤਰ੍ਹਾਂ ਦਾ ਵੀ ਸਿਸਟਮ ਕਰਾਂਗੇ ਵੀ ਜਿੰਨੇ ਵੀ ਆਪਣੇ ਬੇਰੁਜ਼ਗਾਰ ਲੋਕ ਨੇ, ਸਰਕਾਰਾਂ ਨਾਲ, ਦੇਖੋ ਇੱਕ ਲੋਕੀ ਸਰਕਾਰਾਂ ਨੂੰ ਨਿੰਦਦੇ ਨੇ, ਹਰ ਸਰਕਾਰ ਵੀ ਸੈਂਟਰ ਇੱਦਾਂ, ਪੰਜਾਬ ਸਰਕਾਰ ਇੱਦਾਂ। ਨਹੀਂ, ਦੇਖੋ ਮੈਂ ਇਹ ਗੱਲ ਕਹਿੰਦਾ, ਆਪਾਂ ਪੋਜ਼ਿਟਿਵ ਆਸਪੈਕਟ ਦੇਖੀਏ। ਸਰਕਾਰਾਂ ਜੋ ਕੁਝ ਕਰਦੀਆਂ, ਅਗਰ ਅਸੀਂ ਉਹਨਾਂ ਕੋਲ ਕੁਝ ਆਈਡੀਆਜ਼ ਲੈ ਕੇ ਜਾਵਾਂਗੇ, ਜਿੰਨੇ ਬੇਰੁਜ਼ਗਾਰੀ ਵੱਲ ਨੂੰ ਲੋਕ ਨੇ, ਕੁਝ ਪਰਸੈਂਟ ਉਸ ਤੋਂ ਘਟਣਗੇ। ਅਸੀਂ ਨਵੇਂ ਆਈਡੀਆਜ਼ ਦੇ ਸਕਦੇ ਹਾਂ ਵੀ ਆਹ ਕੰਮ ਕਰਾਂਗੇ। ਉਸ 'ਤੇ ਵੀ ਸਾਡੀ ਟੀਮ ਲੱਗੀ ਹੋਈ ਹੈ ਮਾਨ ਸਾਹਿਬ ਦੇ ਆਈਡੀਆ ਦੇ ਹਿਸਾਬ ਨਾਲ, ਵੀ ਅਸੀਂ ਉਹ ਲੋਕਾਂ ਨੂੰ ਕੰਮ, ਜਿਹੜੇ ਪਿੰਡਾਂ 'ਚ ਬੈਠੇ ਨੇ, ਉਹਨਾਂ ਕੋਲ ਪੈਸੇ ਨਹੀਂ ਹੈ, ਪੂੰਜੀ, ਕਿਸ ਤਰੀਕੇ ਨਾਲ ਘੱਟੋ ਘੱਟ ਪੈਸੇ 'ਚ ਅਸੀਂ ਉਹਨਾਂ ਨੂੰ ਬਿਨਾਂ ਜੌਬ ਕੀਤੇ ਵੀ ਉਹ ਇਸ ਤਰ੍ਹਾਂ ਹੋਣ ਵੀ ਉਹਨਾਂ ਦੇ ਘਰ ਖਰਚਾ ਵਧੀਆ ਨਿਕਲ ਜਾਵੇ। ਬੱਬੂ ਮਾਨ ਜੀ ਦਾ ਗਾਣਾ ਆਇਆ ਸੀ, ਜੱਟ ਦੀ ਜੂਨ ਬੁਰੀ ਦੜਕ ਦੜਕ ਮਰ ਜਾਣਾ, 8-10 ਸਾਲ ਪਹਿਲਾਂ ਆਇਆ ਸੀ। ਜਿਵੇਂ ਹੁਣ ਤੁਸੀਂ ਵੀ ਜ਼ਿਕਰ ਕਰਦੇ ਹੋ, ਜੋ ਉਹਨਾਂ ਨੇ ਅੱਜ ਗਾਣੇ ਗਾਏ ਨੇ, ਅਗਲੀ ਪੀੜ੍ਹੀ ਨੂੰ 8 ਜਾਂ 10 ਸਾਲ ਬਾਅਦ ਜਾ ਕੇ ਪਤਾ ਲੱਗੇਗਾ। ਫਿਰ ਜੋ 10 ਸਾਲ ਪਹਿਲਾਂ ਉਹਨਾਂ ਨੇ ਗਾਣਾ ਗਾਇਆ ਸੀ ਬੱਬੂ ਮਾਨ ਨੇ, ਕੀ ਜੱਟ ਦੀ ਜੂਨ ਬੁਰੀ, ਫਿਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਹੁਣ ਸੱਚਾਈ ਇਹ ਹੁੰਦੀ ਜਾ ਰਹੀ ਹੈ? ਦੇਖੋ, ਇਸ ਵਾਰ ਤਾਂ ਜ਼ਿਆਦਾ ਵਧੀਆ ਉਹੀ ਦੱਸ ਸਕਣਗੇ, ਪਰ ਮੈਂ ਇਹ ਜ਼ਰੂਰ ਕਹੂੰਗਾ ਵੀ ਹੌਲੀ ਹੌਲੀ ਤੁਸੀਂ ਆਪ ਦੇਖੋ, ਜੋ ਹਾਲਾਤ ਨੇ
ਉਹ ਹਾਲਾਤਾਂ ਦੇ ਤੁਹਾਡੇ ਸਾਹਮਣੇ ਹੀ ਨੇ ਸਾਰਾ ਕੁਝ। ਬੱਬੂ ਮਾਨ ਜੀ ਦਾ ਇੱਕ ਹੁਣ ਅੱਗੇ ਜਾ ਕੇ ਕੈਫੇ ਵੀ ਆ ਰਿਹਾ ਤੇ ਗਰੋਸਰੀ ਸਟੋਰ ਵੀ ਆ ਰਿਹਾ ਜੋ ਕਿ ਕਿਸਾਨਾਂ ਦੇ ਨਾਲ ਖੜੇਗਾ, ਕਿਸਾਨਾਂ ਨੂੰ ਕਿਤੇ ਨਾ ਕਿਤੇ ਉਸ ਚੀਜ਼ ਤੋਂ ਮਦਦ ਮਿਲੇਗੀ। ਕਹਿੰਦੇ ਨੇ ਕਿ ਜਦੋਂ ਵੀ ਤੁਸੀਂ ਕੋਈ ਪ੍ਰੋਫੈਸ਼ਨ ਨੂੰ ਹਟ ਕੇ ਕੋਈ ਕੰਮ ਕਰਦੇ ਹੋ ਤਾਂ ਚਰਚਾ ਬਣਦੀ ਹੈ, ਪਰ ਬੱਬੂ ਮਾਨ ਨੇ ਕਦੀ ਵੀ ਇਹ ਜ਼ਿਕਰ ਨਹੀਂ ਸਾਹਮਣੇ ਆ ਕੇ ਕੀਤਾ ਜਾਂ ਕਦੀ ਵੀ ਇਸ ਚੀਜ਼ ਨੂੰ ਲੈ ਕੇ ਕੋਈ ਚਰਚਾ ਨਹੀਂ ਕੀਤੀ। ਜੋ ਵੀ ਕੰਮ ਕਰਦੇ ਨੇ ਉਹ ਆਪਣੇ ਹੱਥਾਂ ਨਾਲ ਕੰਮ ਕਰਦੇ ਨੇ ਜਾਂ ਕਿ ਦੂਜਿਆਂ ਨੂੰ ਵੀ ਨਾ ਪਤਾ ਲੱਗ ਸਕੇ। ਅੱਜ ਅਸੀਂ ਇਹਨਾਂ ਦੇ ਸਟੋਰ ਵਿੱਚ ਆਏ ਸੀ ਤਾਂ ਬਹੁਤ ਟਾਈਮ ਤੋਂ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਸੀ ਵੀ ਤੁਹਾਡਾ ਅਸੀਂ ਇੰਟਰਵਿਊ ਕਰਨਾ, ਗੱਲਬਾਤ ਕਰਨਾ ਚਾਹੁੰਦੇ ਹਾਂ ਕਿ ਬੱਬੂ ਮਾਨ ਅੱਗੇ ਹੋਰ ਕੀ ਨਵਾਂ ਲੈ ਕੇ ਆ ਰਹੇ ਨੇ। ਸਟੋਰ ਤਾਂ ਇਹਨਾਂ ਨੇ ਓਪਨ ਕਰ ਲਿਆ ਕਿ ਕਿਸਾਨੀ ਵਾਸਤੇ ਕੁਝ ਕਰਨ ਜਾ ਰਹੇ ਨੇ ਜਾਂ ਕਿਸਾਨਾਂ ਦੇ ਹੱਕ ਵਿੱਚ ਕੁਝ ਗੱਲ ਕਰਨਗੇ, ਤਾਂ ਅੱਜ ਖੁੱਲ੍ਹ ਕੇ ਬੋਲੇ ਨੇ ਕਿ ਬੱਬੂ ਮਾਨ ਨੂੰ ਸਟੋਰ ਲੈ ਕੇ ਆ ਰਹੇ ਨੇ ਤੇ ਪੰਜਾਬ ਦੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਖੁੱਲ੍ਹ ਜਾਵੇਗਾ। ਇੱਥੇ ਥੋੜੀ ਗੱਲ ਸਮਝਣ ਦੀ ਲੋੜ ਹੈਗੀ ਹੈ ਕਿ ਗਾਇਕ ਨੂੰ ਆਪਾਂ ਸਿਰਫ ਸੋਸ਼ਲ ਮੀਡੀਆ ਜਾਂ ਟੀਵੀ ਤੇ ਆਪਾਂ ਦੇਖਦੇ ਹਾਂ ਤੇ ਉਸ ਦੀ ਜ਼ਿੰਦਗੀ ਵਿੱਚ ਆਪਾਂ ਇਹੀ ਸੋਚਦੇ ਹਾਂ ਕਿ ਉਹ ਇਹੀ ਕੰਮ ਕਰਦਾ ਹੋਊਗਾ, ਵੀ ਲਿਖਦਾ ਹੋਊਗਾ ਜਾਂ ਗਾਣੇ ਗਾਉਂਦਾ ਹੋਊਗਾ, ਪਰ ਬੱਬੂ ਮਾਨ ਦੀ ਸੋਚ ਅਲੱਗ ਹੈ। ਹੁਣ ਦੇਖਾਂਗੇ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਸਟੋਰ ਦਾ ਹੁੰਗਾਰਾ ਮਿਲੇਗਾ, ਕਿਉਂਕਿ ਬੱਬੂ ਮਾਨ ਸਟੋਰ ਜਿੱਥੇ ਤੁਹਾਨੂੰ ਕੱਪੜੇ, ਪਰਫਿਊਮ ਜਾਂ ਕੁਝ ਹੋਰ ਸਮਾਨ ਮਿਲਦਾ ਉਹ ਕਾਫੀ ਵਧੀਆ ਚੱਲ ਰਿਹਾ। ਲਗਭਗ 20 ਸਟੋਰ ਜਿਹੜੇ ਹੈਗੇ ਨੇ ਉਹ ਪੰਜਾਬ ਤੇ ਹਰਿਆਣਾ ਦੇ ਵਿੱਚ ਹੈਗੇ ਨੇ। ਤਾਂ ਕਿਸਾਨੀ ਨਾਲ ਇਹ ਜੁੜਿਆ ਸਟੋਰ ਕਿੰਨੀ ਕੁ ਮਦਦ ਕਰੇਗਾ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।